250 बिलियन गैलेक्सीज दरियाफ्त हो चुकी हैं, 250 अरब। उन गैलेक्सीज में से एक गैलेक्सी हमारी मिल्की वे है, जिसमें 300 अरब से ज्यादा सूरज हैं, जिनमें से एक सूरज ये है, और ये सबसे छोटा सूरज है। इस तरह के 300 अरब सूरज है, और 1 अरब इतना बड़ा फिगर है कि अगर कोई शख्स 24 घंटे गिनती गिनता रहे ना, 25 से 30 साल चाहिए 1 अरब गिनती गिनने के लिए। ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਦੇਖੀ ਜਿਹਦਾ ਟਾਈਟਲ ਸੀਗਾ ਨਿਊ ਗਲੋਰੀ ਆਫ ਅੱਲਾ ਦਾ ਬਲੈਕ ਹੋਲ, ਐਂਡ ਉਹਦੇ ਬਾਰੇ ਅਲੀ ਮਿਰਜ਼ਾ ਸਾਹਿਬ ਆਪਾਂ ਨੂੰ ਬਹੁਤ ਕੁਝ ਦੱਸ ਰਹੇ ਸੀ। ਮੈਂ ਵੀ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਸੀ। ਸਾਰੇ ਧਰਮਾਂ ਦੇ ਵਿੱਚ ਜੋ ਸਾਇੰਸ ਨਾਲ ਰਿਲੇਟਡ ਗੱਲਾਂ ਉਹ ਵੀ ਆਪਾਂ ਕੁਝ ਕੁ ਸ਼ੇਅਰ ਕੀਤੀਆਂ ਸੀ ਤੁਹਾਡੇ ਨਾਲ। ਜਿਵੇਂ ਸਿੱਖੀਜ਼ਮ ਵਿੱਚ ਹੈ ਅਰਬਦ ਨਰਬਦ ਧੁੰਦੂਕਾਰਾ, ਮਤਲਬ ਮਿਲੀਅਨਸ ਐਂਡ ਬਿਲੀਅਨ ਸਾਲ ਪਹਿਲਾਂ ਤੋਂ ਹਨੇਰਾ ਹੀ ਹਨੇਰਾ, ਜਿਹੜਾ ਅੱਜ ਕੱਲ੍ਹ ਸਾਇੰਸ ਨੇ ਡਿਸਕਵਰ ਕੀਤਾ ਕਿ 95% ਡਾਰਕ ਐਨਰਜੀ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਮੈਂਸ਼ਨ ਕੀਤਾ ਗਿਆ। ਅੱਛਾ, ਅਤੇ ਕੁਰਾਨ ਦੇ ਵਿੱਚ ਪਹਿਲਾਂ ਹੀ ਮੈਂਸ਼ਨ ਕੀਤਾ ਗਿਆ ਕਿ ਬਹੁਤ ਸਾਰੀਆਂ ਗਲੈਕਸੀਜ਼ ਆ, ਬਹੁਤ ਸਾਰੇ ਯੂਨੀਵਰਸ ਆ, ਠੀਕ ਹੈ। ਇਹ ਚੀਜ਼ਾਂ ਵੇਦਾਸ ਦੇ ਵਿੱਚ ਵੀ ਇੱਦਾਂ ਹੀ ਜਿਹੜੀ ਐਕਸਪਲੇਨੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਸੋ ਸੈਕਿੰਡ ਪਾਰਟ ਪਹਿਲਾਂ ਵਾਲੀ ਵੀਡੀਓ ਦਾ ਦੇਖਦੇ ਹਾਂ। ਜਿਨ੍ਹਾਂ ਨੇ ਪਹਿਲਾ ਪਾਰਟ ਨਹੀਂ ਦੇਖਿਆ ਉਹ ਵੀ ਇਸ ਵੀਡੀਓ ਤੋਂ ਬਾਅਦ ਤੁਸੀਂ ਜ਼ਰੂਰ ਦੇਖਿਓ, ਉਹਦੇ ਵਿੱਚ ਵੀ ਆਪਾਂ ਨੂੰ ਜਾਣਨ ਲਈ ਬਹੁਤ ਕੁਛ ਹੈ। ਸੋ ਜਿਹੜੇ ਬੰਦੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰੋ, ਕਿਉਂਕਿ ਤੁਸੀਂ ਕਦੇ ਵੀ ਰਿਗਰੈਟ ਨਹੀਂ ਕਰੋਗੇ ਕਿ ਤੁਸੀਂ ਇਹ ਚੈਨਲ ਕਿਉਂ ਸਬਸਕ੍ਰਾਈਬ ਕੀਤਾ। ਬਹੁਤ ਕੁਝ ਦੇਖਣ ਨੂੰ, ਸੁਣਨ ਨੂੰ, ਐਂਟਰਟੇਨਮੈਂਟ, ਇਨਫੋਰਮੇਸ਼ਨ ਅਤੇ ਹੋਰ ਵੀ ਬਹੁਤ ਕੁਛ। ਦੇਖਦੇ ਹਾਂ ਵੀਡੀਓ, ਆ ਜਾਓ। ਜਿੱਥੋਂ ਆਪਾਂ ਉਹ ਐਂਡ ਕੀਤਾ ਸੀ ਉੱਥੋਂ ਹੀ ਸ਼ੁਰੂ ਕਰ ਰਹੇ ਹਾਂ। अन करीब हम ज़मीनों आसमान में और तुम्हारी जानों में तुम्हें ऐसी निशानियां दिखा देंगे कि तुम पुकार उठोगे, तुम पे ये बात खुल जाएगी कि कुरान हक है, खुदा की ज़ात हक है। तो ये हर आने वाला ज़माना, हर साइंटिफिक डिस्कवरी खुदा की तरफ लेके जाती है। मैं अक्सर कहता हूँ ना कि साइंस तो सिर्फ डिस्कवर कर रही है। ज़ल्ज़ला किस तरह आता है? टेक्टोनिक प्लेट्स की डिस्टर्बेंस से। अब अगर साइंस से पूछें वो डिस्टर्बेंस कौन करता है, उसका टाइम पीरियड कौन डिफाइन करता है, वो कहते हैं इट इज़ फिजिकल फिनोमेना ऑफ नेचर। ਐਂਡ ਉਹਦੇ ਵਿੱਚ ਡੈਫੀਨੇਸ਼ਨ ਹੈ ਕਿ ਜੋ ਇੰਟਰਨਲ ਆਪਣੀ ਕੋਰ ਹੈ ਜਿਹੜੀ ਲਗਾਤਾਰ ਘੁੰਮ ਰਹੀ ਹੈ, ਜਿਹੜੀ ਕਿ ਬਹੁਤ ਹੀ ਜ਼ਿਆਦਾ ਐਨਰਜੀ ਵਾਲੀ ਹੈ। ਇੱਕ ਫਿਲਮ ਆਈ ਸੀਗੀ ਜਿਹਦੇ ਵਿੱਚ ਉਹ ਕੋਰ ਨਾ ਚੱਲਣਾ ਬੰਦ ਕਰਦੀ ਹੈ ਹੌਲੀ ਹੌਲੀ, ਐਂਡ ਫਿਰ ਉਹ ਸਾਇੰਟਿਸਟ ਥੱਲੇ ਜਾਂਦੇ ਆ, ਪਤਾ ਨਹੀਂ 6-7 ਹਜ਼ਾਰ ਕਿਲੋਮੀਟਰ ਥੱਲੇ ਜਾਂਦੇ ਆ, ਅਤੇ ਉਹਨੂੰ ਇੱਕ ਬਹੁਤ ਵੱਡਾ ਉੱਥੇ ਪਰਮਾਣੂ ਧਮਾਕਾ ਕਰਦੇ ਆ, ਅਤੇ ਉਹ ਕੋਰ ਜਿਹੜੀ ਦੁਬਾਰਾ ਤੋਂ ਚੱਲਣ ਲੱਗਦੀ ਹੈ। ਅੱਛਾ, ਜਦੋਂ ਉਹ ਕੋਰ ਘੁੰਮਣਾ ਬੰਦ ਕਰਦੀ ਨਾ, ਦੁਨੀਆ ਦੇ ਵਿੱਚ ਭੁਚਾਲ ਆਉਂਦੇ ਆ, ਪੰਛੀ ਮਰ ਰਹੇ ਆ, ਮੈਗਨੈਟਿਕ ਫੀਲਡ ਹੈ ਜੋ ਧਰਤੀ ਦੀ ਉਹ ਟੁੱਟ ਰਹੀ ਹੈ, ਸਨ ਦੀਆਂ ਰੇਜ਼ ਸਿੱਧੀਆਂ ਆ ਰਹੀਆਂ। ਉਹ ਵੀਡੀਓ 'ਚ ਇੱਦਾਂ ਦਿਖਾਇਆ ਗਿਆ ਫਿਲਮ 'ਚ, ਠੀਕ ਹੈ। ਐਂਡ ਆਈ ਥਿੰਕ ਉਹ ਕਾਫੀ ਹੱਦ ਤੱਕ ਸੱਚ ਵੀ ਹੈ, ਅਤੇ ਜਿਹੜੇ ਭੁਚਾਲ ਆਉਂਦੇ ਆ ਜਾਂ ਉਹ ਸਾਰਾ ਕੁਛ ਉਹਦੀ ਡਿਸਟਰਬੈਂਸ ਕਰਕੇ ਹੀ ਹੈ। ਤੁਸੀਂ ਥੋੜ੍ਹਾ ਸਰਚ ਕਰੋਗੇ ਤੁਹਾਨੂੰ ਹੋਰ ਪਤਾ ਲੱਗੂਗਾ। ਕਿੰਨਾ ਮਜ਼ਾ ਆਉਂਦਾ ਯਾਰ ਸਾਇੰਸ ਦੀ ਗੱਲ ਕਰਕੇ। ਐਂਡ ਨਾਲ ਜੇਕਰ ਰਿਲੀਜਨ ਵੀ ਹੈ ਐਂਡ ਉਹ ਅਤੇ ਫਿਰ ਹੋਰ ਜ਼ਿਆਦਾ ਮਜ਼ਾ ਆਉਂਦਾ। ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ, ਅਤੇ ਹੈਲਦੀ ਡਿਬੇਟ ਹੁੰਦੀ ਹੈ। ਕਿਤੇ ਵੀ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਹੁੰਦਾ, ਲੇਕਿਨ ਫਿਰ ਵੀ ਲੋਕ ਪਤਾ ਨਹੀਂ ਕਿਉਂ ਕਮੈਂਟ ਕਰਦੇ ਆ ਫੇਸਬੁੱਕ 'ਤੇ ਆ ਕੇ ਹੈ ਵੀ ਤੁਸੀਂ ਧਰਮਾਂ ਦੇ ਨਾਮ 'ਤੇ ਆਹ ਕਰਦੇ ਹੋ, ਉਹ ਕਰਦੇ ਹੋ। ਪਰ ਮੇਰੀ ਜਿਹੜੀ ਉਹ ਪੁਰਾਣੀ ਆਡੀਅנס ਹੈ, ਜਿਹੜੀ ਮੈਨੂੰ ਤੁਸੀਂ ਸ਼ੁਰੂ ਤੋਂ ਦੇਖਦੇ ਹੋ, ਤੁਸੀਂ ਦੇਖਿਆ ਹੋਣਾ ਕਿ ਬਈ ਮੈਂ ਤਾਂ ਸਾਰੇ ਧਰਮਾਂ ਦਾ ਪੈਰੋਕਾਰ ਹਾਂ, ਰਿਸਪੈਕਟ ਕਰਦਾ ਸਾਰੇ ਧਰਮਾਂ ਦੀ, ਲੇਕਿਨ ਇਨਸਾਨਾਂ ਦਾ ਮੈਂ ਵਿਰੋਧ ਜ਼ਰੂਰ ਕਰੂੰਗਾ ਜਿਹੜੇ ਲੋਕ ਗਲਤ ਆ। ਲੇਕਿਨ ਫਿਰ ਵੀ ਹਾਰਦੇ ਨਹੀਂ, ਉਹ ਫਿਰ ਅੰਧ ਭਗਤ ਹੁੰਦੇ ਨਾ, ਸੋ ਕਾਲਡ ਗੋਦੀ ਮੀਡੀਆ ਵਾਲੇ। ਚਲੋ ਐਨੀਵੇਜ਼ ਅੱਗੇ ਦੇਖਦੇ ਆ ਜਾਓ। और फिजिकल फिनोमेना ऑफ नेचर के पीछे तो खुदा है, वो डिसाइड करता है। कायनात में होने वाली हर चीज मौजज़ा है। ये अलग बात है कि हम चंद मौजज़ात के आदी हो चुके हैं। अगर किसी शख्स ने ये ऑब्जर्व ना किया हो कि चूजा अंडे में से निकलता है, एक लम्हे के लिए सोचो, और वो पूरी जिंदगी अंडा खाता रहे, उसे एक दिन बताया जाए कि जो तुम अंडा खाते हो ना, ये जो तुम्हें इतने खूबसूरत चूजे और मुर्गियां नजर आती हैं, इसमें से निकलती हैं। वो कहेगा मैंने दर्जनों दफा तोड़ा है, इसमें तो कोई ऐसी दूर दूर तक चीज नहीं है कि इसमें से चूजा बन सके। ईमानदारी से बताएं, ऐसा होगा कि नहीं? डेफिनेटली। या एक बेकदर बीज किसी को दिखाया जाए और उसे ये बताया जाए ये जो इतना बड़ा तुम दरख्त देख रहे हो ना, ये इसमें से निकला है। सही है। वो कहता है यार इसमें से कैसे इतना बड़ा दरख्त निकल सकता है? वो दरख्त तो इतना बड़ा है, ये तो इतना सा है, वो तो 6 अरब गुना बड़ा है। लेकिन हम आदी हैं। आप फूलों को देखें, अगर फूल किसी को जिसको ये ना पता हो ये ज़मीन की काली मट्टी में से निकलते हैं, वो कभी भी नहीं मानेगा कि मट्टी में तो दूर दूर तक ऐसी कोई चीज़ नहीं। फ्रूट को देख लें, कायनात की हर चीज़ एक मौजज़ा है। ये अलग बात है कि हम चंद मौजज़ों के आदी हो चुके हैं, इसलिए हमें वो छोटे लगते हैं। वरना मैं अल्लाह की कसम उठा के कहता हूँ कि मुर्दे का जिंदा होना ये छोटा मौजज़ा है, अंडे में से चूजे का निकलना उससे बड़ा मौजज़ा है।
मुर्दा तो वो पड़ी हुई है, लाश वही जिंदा हो रही है ना। चूजे और अंडे का तो कोई लेना देना ही नहीं दूर दूर तक। उसमें से एक लेसदार मादा है, आप वो लेसदार मादा उसमें से निकाल के ओपन एयर के अंदर ले आए, फिर आप उसमें से जरा चूजे की चोंच ही कोई एक बना के बता दें। अभी तो हम अंडा बनाने के लिए किसी को कह ही नहीं रहे, अंडा को बनाने का सोच भी नहीं सकता। तो ये जितने फिजिकल फिनोमेना ऑफ नेचर डिस्कवरीज होती हैं, इसमें हमारा एटीट्यूड प्राइमरी ये होना चाहिए कि हम इसके बाद खुदा की शनाख्त करें। कुरान पाक की आयत में उसको ज़बरदस्ती घुसेड़ने की कोशिश न करें। कहीं कुछ बन भी रहा होता है, कहीं नहीं भी हो रहा होता। हम भी यानी कोशिश करते हैं, जो करीब करीब वो बात कर देते हैं, अदरवाइज मुझे भी सारी बातें पता हैं जो लोग करते हैं, लेकिन ये सारी चीज़ें कुरान में ना भी लिखी हो। असल चीज़ ये है कि हर फिजिकल फिनोमेना आपको अल्लाह की तरफ लेके जाता है। तो ये ब्लैक होल की डिस्कवरी भी अल्लाह की कुदरत की बहुत बड़ी निशानदेही है, क्योंकि जिसने डिस्कवर किया है उसने तो इसको पैदा नहीं किया, उसने सिर्फ जाना है। और इससे आप ये भी अंदाजा लगाएं कि हम यानी कई चीज़ें इस कायनात के अंदर कि जिनको अभी हम सिर्फ उनको जानते नहीं, उनकी डिटेल्स तो छोड़ ही दें, हमें तारुफ भी नहीं। मैंने कई दफ़ा बताया कि इस कायनात के अंदर इस वक्त 250 बिलियन गैलेक्सीज दरियाफ्त हो चुकी हैं, 250 अरब। उन गैलेक्सीज में से एक गैलेक्सी हमारी मिल्की वे है, जिसमें 300 अरब से ज्यादा सूरज हैं, जिनमें से एक सूरज ये है, और ये सबसे छोटा सूरज है। इस तरह के 300 अरब सूरज है, और 1 अरब इतना बड़ा फिगर है कि अगर कोई शख्स 24 घंटे गिनती गिनता रहे ना, 25 से 30 ਸਾਲ चाहिए 1 अरब गिनती गिनने के लिए। ਐਂਡ ਹਰ ਜਿਹੜਾ ਸੋਲਰ ਸਿਸਟਮ ਆ ਉਹਦੇ ਵਿੱਚ ਪਲੈਨਟਸ ਜ਼ਰੂਰ ਹੋਣਗੇ, ਐਂਡ ਉਹਨਾਂ ਪਲੈਨਟਸ ਦੇ ਵਿੱਚ ਮੇਰਾ ਤਾਂ ਇਹੀ ਮੰਨਣਾ ਕਿ ਬਈ ਜਿਨ੍ਹਾਂ ਨੂੰ ਆਪਾਂ ਏਲੀਅਨਸ ਕਹਿੰਦੇ ਆ, ਕੋਈ ਇੱਦਾਂ ਦੀ ਸਿਵਲਾਈਜੇਸ਼ਨ, ਕੋਈ ਇੱਦਾਂ ਦੇ ਲੋਕ, ਇੱਦਾਂ ਦੀ ਕੋਈ ਕ੍ਰੀਏਚਰਸ ਵੀ ਹੋਣਗੇ ਜਿਹੜੇ ਜ਼ਿੰਦਾ ਹੋਣਗੇ, ਜਿਹੜੇ ਸਾਹ ਲੈ ਰਹੇ ਹੋਣਗੇ। ਐਂਡ ਉਹ ਜ਼ਰੂਰੀ ਨਹੀਂ ਹੈ ਕਿ ਉਹ ਆਪਣੇ ਵਰਗੇ ਹੋਣ, ਉਹ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ। ਤੁਸੀਂ ਦੇਖੋ ਜਵਾਲਾਮੁਖੀ ਫਟਦਾ, ਜਿਹੜਾ ਜਵਾਲਾਮੁਖੀ ਹੁੰਦਾ ਉਹ ਜਵਾਲਾਮੁਖੀ ਦੇ ਵਿੱਚ ਕਿੰਨਾ ਹਾਈ ਟੈਂਪਰੇਚਰ ਹੈ, ਐਂਡ ਉਸ ਟੈਂਪਰੇਚਰ 'ਤੇ ਵੀ ਉੱਥੇ ਇੱਕ ਕ੍ਰੀਏਚਰ ਪਾਏ ਜਾਂਦੇ ਆ, ਕਈ ਤਰ੍ਹਾਂ ਦੀ ਪ੍ਰਜਾਤੀਆਂ ਪਾਈਆਂ ਜਾਂਦੀਆਂ ਇੰਨੇ ਹਾਈ ਟੈਂਪਰੇਚਰ ਦੇ ਵਿੱਚ। ਅਤੇ ਪਿੱਛੇ ਜੇ ਤਾਂ ਇਹ ਵੀ ਡਿਸਕਵਰ ਕੀਤਾ ਗਿਆ ਕਿ ਸੂਰਜ ਦੇ ਵਿੱਚ ਵੀ ਹੋ ਸਕਦਾ ਹੈ ਕਿ ਇੰਨੇ ਹਾਈ ਟੈਂਪਰੇਚਰ ਦੇ ਵਿੱਚ ਜਿਹੜੀਆਂ ਪ੍ਰਜਾਤੀਆਂ ਪਾਈਆਂ ਜਾਣ। ਜੇਕਰ ਜਵਾਲਾਮੁਖੀ 'ਤੇ ਇੰਨੇ ਹਾਈ ਟੈਂਪਰੇਚਰ 'ਤੇ ਕੋਈ ਕੋਈ ਇੱਦਾਂ ਦੀ ਪ੍ਰਜਾਤੀ ਰਹਿ ਸਕਦੀ ਹੈ, ਤਾਂ ਸੂਰਜ 'ਤੇ ਕਿਉਂ ਨਹੀਂ ਰਹਿ ਸਕਦੀ ਹੈ ਡੈਫੀਨੇਟਲੀ। ਐਂਡ ਉਹ ਬਹੁਤ ਸੂਖਮ ਜੀਵ ਵੀ ਹੋ ਸਕਦਾ, ਬਹੁਤ ਛੋਟਾ ਜੀਵ ਵੀ ਹੋ ਸਕਦਾ ਜਿਹੜਾ ਆਪਾਂ ਆਪਦੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ, ਅਤੇ ਐਂਡ ਉਹ ਕੋਈ ਵੱਡਾ ਜੀਵ ਵੀ ਹੋ ਸਕਦਾ। ਐਂਡ ਇਹ ਤਾਂ ਇਕੱਲੇ ਆਪਣੇ ਸੋਲਰ ਸਿਸਟਮ ਦੀ ਗੱਲ ਹੈ। ਹੁਣ ਦੁਨੀਆ 'ਚ ਉਹ ਕਹਿੰਦੇ ਵੀ 300 ਬਿਲੀਅਨ ਇੱਦਾਂ ਦੇ ਸੂਰਜ ਆ। ਹੁਣ ਇੰਨੇ ਬਿਲੀਅਨ ਸੂਰਜ ਆ, ਅਤੇ ਉਹਨਾਂ ਦੀਆਂ ਘੱਟੋ ਘੱਟ 1200 ਬਿਲੀਅਨ ਤਾਂ ਪਲੈਨਟਸ ਮੇਰੇ ਖਿਆਲ ਆਰਾਮ ਨਾਲ ਹੋਣਗੇ। ਅਤੇ ਇੰਨੇ ਪਲੈਨਟਸ ਦੇ ਵਿੱਚੋਂ ਕੀ ਇਕੱਲਾ ਅਰਥ ਹੀ ਹੈ ਕਿ ਜਿੱਥੇ ਜੀਵਨ? ਕਿੰਨੀ ਸਹੀ ਗੱਲ ਹੈ ਯਾਰ, ਇਹ ਸੋਚ ਕੇ ਦੇਖੋ। ਇੱਕ ਲੌਜਿਕ ਵਾਲੀ ਗੱਲ ਲੱਗਦੀ ਹੈ ਨਾ, ਇੱਕ ਫੈਕਟ ਵਾਲੀ ਗੱਲ ਲੱਗਦੀ ਹੈ ਕਿ ਆਪਾਂ ਹੀ ਆ ਇਕੱਲੇ ਬਸ ਇੰਨੇ ਸਪੈਸ਼ਲ ਆਪਾਂ। ਮੈਂ ਨਹੀਂ ਮੰਨਦਾ ਯਾਰ ਇਹਨੂੰ। 24 घंटे और कोई काम ना करें, आप 86,400 सेकंड, हर सेकंड में एक दफा भी गिने तो आप 1 लाख की भी गिनती पूरी नहीं कर सकते। और 25-30 साल तक गिनते रहे तो 1 अरब है, तो 300 अरब सूरज इधर है, और इस तरह की 250 अरब गैलेक्सीज। इसीलिए साइंटिस्ट कहते हैं कि समुंदर के रेत के जर्रे जो समुंदर के किनारे पे हैं वो कम है, कायनात में जो सैटेलाइट्स हैं, स्टार्स हैं, वो इससे ज़्यादा है। इतनी बड़ी कायनात है सर, कोई इमेजिन नहीं कर सकता। और फिर उसकी जो उसके अंदर जो हारमनी है सर, वो सबसे बड़ी बात है। कायनात खाली बनाई नहीं, बना के छोड़ नहीं दी है, इतनी बैलेंस है, बैलेंस के वो किसी के चलाए बगैर चल ही नहीं सकती, इतनी बैलेंस है। आपको अंदाजा नहीं है, पूरी गैलेक्सीज एक दूसरे में से यूं गुजर जाती हैं और कोई स्टार दूसरे से नहीं टकराता, जिसमें अरबों स्टार्स हों और वो गुजर जाएं। सर आज तक हमारे अबाउजदाद में से किसी ने सूरज ना निकला हो? ਇਹਦੇ ਬਾਰੇ ਨਹੀਂ ਮੈਨੂੰ ਪਤਾ, कभी नहीं ऐसा। ਇਹ ਮੈਂ ਅੱਜ ਪਹਿਲੀ ਵਾਰੀ ਸੁਣਿਆ, ਕਿਉਂਕਿ ਇੱਕ ਹੁਣ 2 ਗਲੈਕਸੀਜ਼ ਹੈ ਜਿਹੜੀਆਂ ਆਪਣੇ ਆਈ ਥਿੰਕ 40 ਜਾਂ 50 ਸਾਲਾਂ ਤੱਕ ਆਪਸ ਵਿੱਚ ਟਕਰਾਉਣੀਆਂ। ਐਂਡ ਹੁਣ ਆਈ ਡੋਂਟ ਨੋ ਕਿ ਉਹ ਜਦੋਂ ਟਕਰਾਉਂਦੀਆਂ ਬਲਾਸਟ ਹੁੰਦਾ ਜਾਂ ਉਹਦੇ ਵਿੱਚੋਂ ਦੀ ਨਿਕਲ ਜਾਣੀ ਹੈ। ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ, ਤੁਸੀਂ ਮੈਨੂੰ ਦੱਸ ਸਕਦੇ ਹੋ। सन उन लाज का पाबंद है जो अल्लाह ताला ने उसकी डेस्टिनी में मुकर्रर कर दी है पिछले 15 अरब साल से। विद रिस्पेक्ट टू ज़मीन, ज़ाहिर है सूरज तो निकलता है, गुरूब तो नहीं होता। विद रिस्पेक्ट टू ज़मीन, सूरज का कोई बाप है जो उसको चला रहा है? 15 अरब साल से बगैर फ्यूल के वो चल रहा है, और उसके अंदर इतनी रोशनी है कि हर सेकंड में 50 करोड़ एटॉमिक बम के बराबर एनर्जी
सिर्फ एक सूरज में से निकल रही है। इस तरह के 300 अरब सूरज हैं, ये एक गैलेक्सी है, और इस तरह की 250 अरब गैलेक्सीज और अनबिलीवेबल डाटा है। और ये तो वो है जो नासा ने भी दरियाफ्त की है। अभी आसमान तो पता ही नहीं कहां पे है, और ये जमीन के अंदर ही आप इस वक्त सिर्फ जमीन के ऊपर 20 लाख मखलूकात की स्पीशीज दरियाफ्त हो चुकी हैं। 2 मिलियन स्पीशीज, यानी अगर आप गिनना शुरू करें, इंसान, घोड़ा, गधा, कौवा, चील, मुर्गी, इस तरह आप स्पीशीज नबातात और हैवानात की गिने ना, उनकी स्पीशीज की तादाद 20 लाख 2 मिलियन है। फिर एक एक स्पीशीज वो आगे फिर बिलियंस में, इंसान ही 7-8 अरब है। जमीन पे सिर्फ हशरातुल अर्द, इंसेक्ट्स और कीड़े इतने हैं कि हर इंसान को अगर 20 करोड़ कीड़े दे दिए जाए, 8 अरब के करीब इंसान है ना, हर बंदे को कहा जाए 20-20 करोड़ ले लो कीड़े, तो उससे ज्यादा कीड़े, तो सिर्फ कीड़े की बात हो रही है सर। तो ये तो ना खत्म होने वाला डाटा है, इस पर बहुत बोला जा सकता है। फिलहाल हम उस पर ही वापस आते हैं कि आइंस्टाइन की जो एक थ्योरी थी वो आज प्रैक्टिकली सामने आ गई है। काश आइंस्टाइन कोई हाफिज़ाउल्लाह होता या रहीमहुल्लाह होता तो हम भी खुश हो रहे होते। खैर, हम यानी उनकी जो खिदमात हैं वो तो उनको तो अप्रिशिएट करते हैं, कोई शक नहीं है। बाल इन चीज़ों से हमें ये भी पता चल गया कि इल्म गैब किसी के पास नहीं होता, अल्लाह ताला एक्वायर्ड नॉलेज के ज़रिए किसी को इल्म दे दे, वरना ये सारी डिस्कवरीज जो आजकल की मॉडर्न एज में है, पुरानी एज में तो मुसलमानों ने भी कुछ की हैं, लेकिन मॉडर्न एज में मुसलमानों की कोई दूर दूर तक कंट्रीब्यूशन इन चीज़ों में नज़र नहीं आती है। तो इसका ताल्लुक मुसलमान या काफिर होने से नहीं है, एफर्ट के साथ है। इंसान के लिए वही है जिसकी वो एफर्ट करता है। बाकी इन सारी चीज़ों के बाद खुदा का तारुफ करना चाहिए। किसी भी खूबसूरत चीज़ को देखें, सुबहान अल्लाह बोले कि ये पाक या बेऐब या हैरान कुन नहीं है। हैरान कुन तो वो हस्ती है और बेऐब तो वो हस्ती है जिसने इसे पैदा किया है, जिसने इसे क्रिएशन एक्स नहीलो किया है, अदम महज से वजूद बख्शा है। तो खुदा का तारुफ इन चीज़ों से होता है। तो मैं यही इसके ऊपर मैसेज दूंगा कि ब्लैक होल की डिस्कवरी आपको एक अल्लाह ताला की नई शान, कुल्ल यौमिन हुआ फी शान, ये आपके ऊपर खोल। ठीक है, क्या बात है गाइस, आई एम स्पीचलेस। मैं ਵਿਜੇ ਇਮੋਸ਼ਨਲ ਹੋ ਗਿਆ ਸੀ, ਤੁਸੀਂ ਮੇਰਾ ਦੇਖਿਆ ਹੋਣਾ ਰਿਐਕਸ਼ਨ। ਉਹ ਇਸ ਕਰਕੇ ਕਿ ਮੈਨੂੰ ਦਿਮਾਗ 'ਚ ਇਹ ਚੱਲ ਰਿਹਾ ਸੀ ਕਿ ਜਿਹੜੇ ਦੁਨੀਆ ਦੇ ਵਿੱਚ ਇਦਾਂ ਦੇ ਲੋਕ ਹੈ ਜਿਨ੍ਹਾਂ 'ਚ ਬੜਾ ਈਗੋ ਭਰੇ ਪਿਆ, ਜਿਹੜੇ ਐਟੀਟਿਊਡ ਆ, 4 ਪੈਸੇ ਕੀ ਆ ਗਏ, 2 ਕਾਰਾਂ ਕੀ ਲੈ ਲਈਆਂ ਵੱਡੀਆਂ, ਅਤੇ ਜਾਂ ਕਿ ਮਹਿੰਗੇ ਫੋਨ ਆ ਗਏ, ਜਾਂ ਥੋੜ੍ਹਾ ਜਿਹਾ ਹੋਰ ਮੁਕਾਮ ਹਾਸਲ ਕੀ ਕਰ ਲਿਆ, ਅਤੇ ਉਹ ਇੱਦਾਂ ਚੌੜੇ ਹੁੰਦੇ ਆ, ਐਂ ਛਾਤੀ ਚੌੜੀ ਕਰ ਕਰਕੇ ਤੁਰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਦੁਨੀਆ 'ਚ ਕੋਈ ਹੋਰ ਹੈ ਹੀ ਨਹੀਂ। ਹੁਣ ਦੇਖੋ ਇਹਨਾਂ ਨੇ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਐਂਡ ਕਿੰਨਾ ਇੱਕ ਜੋ ਇਹਨਾਂ ਦੀ ਅਬਜ਼ਰਵੇਸ਼ਨ ਹੈ ਕਿੰਨੀ ਸਟਰੋਂਗ ਆ, ਉਹ ਕਿਸ ਤਰ੍ਹਾਂ ਇਹਨਾਂ ਨੇ ਆਪਾਂ ਨੂੰ ਇੱਕ ਇੱਕ ਬਰੀਕੀ ਨਾਲ ਗੱਲ ਦੱਸੀ ਹੈ ਕਿ ਜੇਕਰ ਇੱਕ ਇੱਕ ਇਨਸਾਨ ਕੋਲ ਵੀ 20-20 ਕਰੋੜ ਆਪਾਂ ਇਨਸੈਕਟਸ ਦੇ ਦਈਏ ਨਾ, ਤਾਂ ਵੀ ਕਹਿੰਦੇ ਉਹ ਪੂਰੇ ਨਹੀਂ ਹੋਣੇ। ਦੇਖੋ ਕਿੰਨੀ ਵੱਡੀ ਗੱਲ ਆ ਹੈ। ਅਤੇ 5-6-7-8 ਅਰਬ ਕਹਿੰਦੇ ਆਪਾਂ ਇਨਸਾਨ ਹੈ, ਅਤੇ ਉਹਨਾਂ ਨੂੰ ਇੱਦਾਂ ਦੇ ਦਈਏ ਅਤੇ ਫਿਰ ਵੀ ਪੂਰੇ ਨਹੀਂ ਹੋਣੇ। ਐਂਡ ਇਸ ਧਰਤੀ 'ਤੇ ਇੰਨੇ ਜੀਵ ਰਹਿੰਦੇ ਆ, 20 ਲੱਖ ਪ੍ਰਜਾਤੀਆਂ ਕਹਿੰਦੇ ਧਰਤੀ 'ਤੇ ਹੀ ਹੈ ਇਕੱਲੀਆਂ। ਠੀਕ ਹੈ, ਐਂਡ ਇਹ ਕਿਹੜਾ ਆਪਦੇ ਵੱਲੋਂ ਕਹਿ ਰਹੇ ਆ, ਇਹ ਸਾਇੰਟੀਫਿਕ ਡਾਟਾ ਹੈ, ਇਹ ਆਪਾਂ ਸਰਚ ਕਰ ਸਕਦੇ ਹਾਂ, ਤੁਸੀਂ ਸਰਚ ਕਰਕੇ ਦੇਖ ਸਕਦੇ ਹੋ। ਠੀਕ ਹੈ, ਵੀ ਜਿੰਨੇ ਵੀ ਆਪਾਂ ਕਾਊਂਟ ਕਰ ਲਈਏ ਪੇੜ ਪੌਦੇ ਸਾਰਾ ਕੁਛ ਹੈ, ਅਤੇ 20 ਲੱਖ ਆ ਉਹ। ਅਤੇ ਉਸ ਤੋਂ ਬਾਅਦ ਇਹਨਾਂ ਨੇ ਗਲੈਕਸੀਜ਼ ਇੰਨੀਆਂ ਦੱਸੀਆਂ, ਸਟਾਰਸ ਇੰਨੇ ਦੱਸੇ ਆ, ਅਤੇ ਫਿਰ ਉਹ ਦੇਖੋ ਉਹਨਾਂ ਦੇ ਜਿਹੜੇ ਪਲੈਨਟਸ ਹੋਣਗੇ, ਅਤੇ ਉਹਨਾਂ ਪਲੈਨਟਸ ਹੁਣ ਆਪਣੇ ਇਕੱਲੇ ਅਰਥ 'ਤੇ 20 ਲੱਖ ਪ੍ਰਜਾਤੀਆਂ, ਤਾਂ ਕੀ ਕਿਸੇ ਹੋਰ ਪਲੈਨਟ 'ਤੇ ਕੋਈ ਪ੍ਰਜਾਤੀ ਨਹੀਂ ਹੋਊਗੀ? ਤਾਂ ਸੋਚ ਕੇ ਦੇਖੋ ਆਰਾਮ ਨਾਲ। ਅਤੇ ਫਿਰ ਜਿਹੜੇ ਲੋਕ ਕਹਿੰਦੇ ਆ ਕਿ ਨਹੀਂ ਏਲੀਅਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਹੁਣ ਦੇਖੋ, ਹੁਣ ਕਾਕਰੋਚ ਆ, ਕਾਕਰੋਚ ਜੇਕਰ ਕਿਸੇ ਹੋਰ ਪਲੈਨਟ 'ਤੇ ਆਪਾਂ ਉਹਨੂੰ ਦੇਖਦੇ ਤਾਂ ਆਪਾਂ ਉਹਨੂੰ ਏਲੀਅਨ ਹੀ ਕਹਿਣਾ ਸੀਗਾ, ਹੈ ਨਾ। ਲੇਕਿਨ ਆਪਣੇ ਲਈ ਤਾਂ ਉਹ ਨੋਰਮਲ ਜਿਹੀ ਗੱਲ ਹੈ ਵੀ ਕਾਕਰੋਚ ਆ, ਉਹ ਤਾਂ ਪਤਾ ਹੀ ਹੈ, ਹੈ ਨਾ। ਉਸ ਗੱਲ ਨੂੰ ਸਮਝੋ ਕਿ ਜਿਹੜੀ ਚੀਜ਼ ਨੂੰ ਆਪਾਂ ਕਦੇ ਦੇਖਿਆ ਹੀ ਨਹੀਂ ਗਾ, ਜੇ ਆਪਾਂ ਨੂੰ ਉਹ ਦੇਖਦੇ, ਜੋ ਆਪਾਂ ਫਿਲਮਾਂ 'ਚ ਦੇਖਦੇ ਹਾਂ, ਸੀਰੀਜ਼ ਵਿੱਚ ਦੇਖਦੇ ਹਾਂ, ਉਹਨਾਂ ਦੀ ਇੱਕ ਇਮੈਜੀਨੇਸ਼ਨ ਹੈ ਕਿ ਹਾਂ ਵੀ ਇੱਦਾਂ ਹੋ ਸਕਦਾ। ਉਹ ਇਮੈਜੀਨੇਸ਼ਨ ਕਿਉਂ ਆ? ਕਿਉਂਕਿ ਬਹੁਤ ਸਾਰੇ ਇੱਦਾਂ ਦੇ ਮਿਊਜ਼ਿਕ ਕਹਿ ਰਹੇ ਫਿਲਮ ਡਾਇਰੈਕਟਰਸ ਆ, ਜਾਂ ਜਿਹੜੇ ਲੋਕ ਪ੍ਰੋਡਿਊਸ ਕਰਦੇ ਆ, ਪੈਸਾ ਲਗਾਉਂਦੇ ਆ, ਉਹਨਾਂ ਨੂੰ ਗਿਆਨ ਹੁੰਦਾ ਇਹਨਾਂ ਚੀਜ਼ਾਂ ਦਾ, ਉਹਨਾਂ ਨੂੰ ਨੌਲੇਜ ਹੈ ਧਰਮਾਂ ਦੀ, ਉਹਨਾਂ ਦੇ ਕਿਉਂਕਿ ਹਰ ਧਰਮ ਦੇ ਵਿੱਚ ਲਗਭਗ ਇਹ ਡਾਟਾ ਹੈਗਾ, ਉਹਨੂੰ ਐਨਾਲਾਈਜ਼ ਕਰਦੇ ਆ,
ਹੁਣ ਫਿਰ ਨਾਸਾ ਵਰਗੀਆਂ ਜੋ ਸਪੇਸ ਏਜੰਸੀਜ਼ ਆ ਉਹ ਰਿਸਰਚ ਕਰਦੀਆਂ ਅਤੇ ਉਹ ਉਹਨਾਂ ਦੇ ਆਧਾਰ 'ਤੇ ਇੱਦਾਂ ਦੀ ਇਮੈਜੀਨੇਸ਼ਨ ਕ੍ਰੀਏਟ ਕਰਦੇ ਆ ਕਿ ਹਾਂ ਇੱਦਾਂ ਹੋ ਸਕਦਾ ਹੈ ਨਾ। ਹੁਣ ਜੇਕਰ ਬਲੈਕ ਹੋਲ ਦੀ ਇਮੈਜੀਨੇਸ਼ਨ ਕੀਤੀ ਗਈ ਤਾਂ ਉਹਨੂੰ ਹੁਣ ਲੱਭ ਵੀ ਲਿਆ ਹੈ ਨਾ। ਇੱਦਾਂ ਦੀਆਂ ਚੀਜ਼ਾਂ ਜੇਕਰ ਖੋਜ ਕਿਸੇ ਚੀਜ਼ ਦੀ ਕਰਨੀ ਹੈ ਤਾਂ ਪਹਿਲਾਂ ਉਹਦੇ ਬਾਰੇ ਸੋਚਿਆ ਜਾਂਦਾ, ਉਹਦੇ ਸਾਰੇ ਆਧਾਰਾਂ ਬਾਰੇ ਸੋਚਿਆ ਜਾਂਦਾ ਅਗਲੇ, ਹੈ ਨਾ, ਫਿਰ ਉਹ ਚੀਜ਼ਾਂ ਹੁੰਦੀਆਂ। ਚਲੋ ਇਹ ਤਾਂ ਸਾਇੰਟੀਫਿਕ ਗੱਲ ਹੈ, ਲੇਕਿਨ ਤੁਸੀਂ ਇਹ ਦੇਖੋ ਕਿ ਤੁਸੀਂ ਪ੍ਰਾਊਡ ਕਰਿਆ ਕਰੋ ਯਾਰ। ਇੱਥੇ ਜਿਵੇਂ ਇਹਨਾਂ ਨੇ ਕਿੰਨੀ ਸੋਹਣੀ ਗੱਲ ਕਹੀ ਹੈ ਕਿ ਮੁਸਲਿਮ ਜਾਂ ਨੌਨ ਮੁਸਲਿਮ ਦੀ ਗੱਲ ਨਹੀਂ ਹੈ, ਗੱਲ ਇਹਦੀ ਹੈ ਕਿ ਜਿਹੜਾ ਬੰਦਾ ਐਫਰਟ ਕਰ ਰਿਹਾ ਨਾ ਉਹਨੂੰ ਉਹਦਾ ਰਿਜ਼ਲਟ ਮਿਲ ਰਿਹਾ। ਐਲਬਰਟ ਆਈਨਸਟਾਈਨ ਜੇਕਰ ਉਹਨੇ ਐਫਰਟਸ ਕੀਤੇ ਤਾਂ ਉਹਨੂੰ ਉਹਦਾ ਰਿਜ਼ਲਟ ਮਿਲਿਆ। ਜਿੱਦਾਂ ਇਹਨਾਂ ਨੇ ਕਿਹਾ ਕਿ ਮੁਸਲਿਮਸ ਪਹਿਲਾਂ ਯੋਗਦਾਨ ਦਿੰਦੇ ਸੀ, ਹੁਣ ਘੱਟ ਦਿੰਦੇ ਆ, ਐਂਡ ਆਈ ਥਿੰਕ ਇਟਸ ਅ ਟਰੂ। ਕਿਉਂਕਿ ਤੁਸੀਂ ਥੋੜ੍ਹੀ ਜਿਹੀ ਹਿਸਟਰੀ ਦੇਖੋ ਤਾਂ ਬਹੁਤ ਵੱਡੇ ਜਿਹੜੇ ਸਾਇੰਟਿਸਟ ਆ ਉਹਨਾਂ ਦੇ ਵਿੱਚ ਮੁਸਲਿਮਸ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਹੈ। ਠੀਕ ਹੈ, ਨੋ ਡਾਊਟ ਕਿ ਉਹਦੇ ਵਿੱਚ ਸਿੱਖ ਵੀ ਹੈ, ਹਿੰਦੂ ਵੀ ਹੈਗੇ ਆ, ਲੇਕਿਨ ਮੁਸਲਿਮਸ ਦੀ ਗਿਣਤੀ ਉਦੋਂ ਜ਼ਿਆਦਾ ਹੁੰਦੀ ਸੀ ਪਹਿਲਾਂ। ਠੀਕ ਹੈ, ਅਤੇ ਹੁਣ ਦਾ ਮੈਨੂੰ ਪਤਾ ਨਹੀਂ, ਲੇਕਿਨ ਹਿਸਟਰੀ ਵਿੱਚ ਤਾਂ ਇਹੀ ਆ। ਐਂਡ ਦੇਖੋ ਇਹਨਾਂ ਨੇ ਕਿੰਨੀ ਸੋਹਣੀ ਗੱਲ ਕੀਤੀ ਹੈ। ਹੁਣ ਨਹੀਂ ਤਾਂ ਕੋਈ ਹੋਰ ਬਾਬਾ ਬੈਠਾ ਹੁੰਦਾ ਇੱਥੇ ਤਾਂ ਉਹ ਜੇਕਰ ਕਿਸੇ ਮੁਸਲਿਮ ਨੇ ਰਿਸਰਚ ਕੀਤੀ ਹੁੰਦੀ ਤਾਂ ਉਹਨੇ ਤਾਂ ਇੱਥੇ ਬਾਕੀਆਂ ਨੂੰ ਤਾਂ ਬਸ ਗਾਲਾਂ ਕੱਢ ਮਾਰ ਦੇਣਾ ਸੀ। ਐਂਡ ਇੱਦਾਂ ਦੀ ਚੀਜ਼ਾਂ ਹੁੰਦੀਆਂ, ਇਸੇ ਕਰਕੇ ਮੈਨੂੰ ਅਲੀ ਮਿਰਜ਼ਾ ਸਾਹਿਬ ਮਤਲਬ ਕਿ ਬਹੁਤ ਇੱਕ ਅੱਛੀ ਪਰਸਨੈਲਿਟੀ ਲੱਗਦੀ, ਕਿਉਂਕਿ ਇਹਨਾਂ ਦੀਆਂ ਗੱਲਾਂ ਜੋੜਨ ਵਾਲੀਆਂ, ਤੋੜਨ ਵਾਲੀਆਂ ਨਹੀਂ ਹੈਗੀਆਂ। ਹੋਰ ਸਕੋਲਰਸ ਹੈਗੇ ਆ ਜਿਨ੍ਹਾਂ ਦੀਆਂ ਗੱਲਾਂ ਹੁੰਦੀਆਂ ਤੋੜਨ ਵਾਲੀਆਂ, ਹੈ ਨਾ। ਅਤੇ ਐਨੀਵੇਜ਼ ਗਾਈਜ਼ ਮਜ਼ਾ ਆਇਆ, ਮੈਨੂੰ ਤਾਂ ਬਹੁਤ ਮਜ਼ਾ ਆਇਆ ਦੀ ਵੀਡੀਓ ਦੇਖ ਕੇ। ਸ਼ਾਇਦ ਉਮੀਦ ਕਰਦਾ ਕਿ ਤੁਹਾਨੂੰ ਵੀ ਓਨਾ ਹੀ ਮਜ਼ਾ ਆਇਆ ਹੋਣਾ ਜਿੰਨਾ ਮੈਨੂੰ ਆਇਆ। ਐਂਡ ਕੁਝ ਸਵਾਲ ਵੀ ਇੱਦਾਂ ਦੀਆਂ ਵੀਡੀਓਜ਼ ਛੱਡ ਜਾਂਦੀਆਂ, ਤੁਹਾਡੇ ਮਨ 'ਚ ਵੀ ਸਵਾਲ ਹੋਣਗੇ ਤਾਂ ਨੀਚੇ ਕਮੈਂਟ ਕਰੋ, ਇੱਕ ਦੂਜੇ ਨਾਲ ਡਿਸਕਸ਼ਨ ਕਰਕੇ ਦੇਖਦੇ ਹਾਂ ਕਿ ਕੀ ਸਿੱਟਾ ਨਿਕਲਦਾ। ਸੋ ਕਮੈਂਟ ਜ਼ਰੂਰ ਕਰੋ। ਹੋ ਸਕਦਾ ਮੈਂ ਗਲਤ ਹੋਵਾਂ ਕਈ ਥਾਵਾਂ 'ਤੇ ਯਾਰ, ਮੈਂ ਸਿਰਫ ਉਹੀ ਗੱਲਾਂ ਕਰ ਰਿਹਾ ਜੋ ਮੈਨੂੰ ਪਤਾ, ਉਹ ਮੇਰੀ ਨੌਲੇਜ ਹੈ ਜੋ, ਹੈ ਨਾ। ਅਤੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਮੈਨੂੰ ਪਤਾ ਉਹੀ ਸੱਚ ਹੈ। ਮੈਂ ਇਸ ਚੀਜ਼ ਨੂੰ ਕਹਿੰਦਾ, ਮੇਰਾ ਦਿਮਾਗ ਖੁੱਲ੍ਹਾ ਹੁੰਦਾ, ਮੈਂ ਸਭ ਦੀ ਸੁਣਦਾ ਹੁੰਦਾ ਕਿ ਹਾਂ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਜਸਟ ਇੱਕ ਇੱਦਾਂ ਦੇ ਬਣੀਏ ਆਪਾਂ ਕਿ ਆਪਾਂ ਇਨਫੋਰਮੇਸ਼ਨ ਲਈਏ, ਅੜੀਏ ਨਾ ਉੱਥੇ, ਕਿ ਕਿਉਂਕਿ ਮਾਈਂਡ ਨੂੰ ਬਰੋਡ ਕਰਾਂਗੇ ਤਾਂ ਹੀ ਜਿਹੜੀਆਂ ਚਾਂਸਿਸ ਹੈ ਕਿ ਆਪਾਂ ਇੱਕ ਐਂਡ ਮੰਜ਼ਿਲ ਜੋ ਸਹੀ ਹੈ ਉਹ ਤੱਕ ਪਹੁੰਚ ਸਕੀਏ। ਬਾਕੀ ਥਿਓਰੈਟੀਕਲ ਜੋ ਥਿਊਰੀਜ਼ ਆ ਉਹ ਤਾਂ ਬਹੁਤ ਬਣਦੀਆਂ, ਲੇਕਿਨ ਡਿਸਕਵਰ ਤਾਂ ਇੱਕ ਚੀਜ਼ ਹੀ ਹੁੰਦੀ ਹੈ ਨਾ। ਸੋ ਮਜ਼ਾ ਆਇਆ, ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਕਿਸੇ ਹੋਰ ਇੱਦਾਂ ਦੀ ਐਕਸਾਈਟਿੰਗ ਅਤੇ ਘੈਂਟ ਜਿਹੀ ਵੀਡੀਓ 'ਚ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।